ਇੱਥੇ ਜਕਾਰੇ ਲਾਣੇ, ਖਾਲਿਸਤਾਨ ਜਿੰਦਾਬਾਦ ਬੋਲੇ ਸੋ ਨਿਹਾਲ, ਉੱਥੇ ਜਾ ਕੇ ਇੰਦਰਾਂ ਦੇ ਪੈਰਾਂ 'ਚ ਬੈਠੇ ਰਹਿਣਾ। ਜਰਨੈਲ ਸਿੰਘ ਜੀ ਨੂੰ ਉਦੋਂ ਸਾਥ ਦਿਆ ਹੁੰਦਾ ਤਾਂ ਅੱਜ ਇਹ ਨੌਬਤਾਂ ਨੇ ਖੜੀਆਂ ਨਹੀਂ ਸੀ ਹੋਣੀ। 6 ਮਹੀਨੇ ਲਾ ਕੇ ਆਪਣੀ ਹੱਡ ਭੰਨਵੀਂ ਮਿਹਨਤ ਕਰਦਾ ਹੈ, ਉਹ ਸਿਰਫ 5 ਰੁਪਏ ਕਮਾਉਂਦਾ ਹੈ ਤੇ ਇੱਕ ਦੁਕਾਨਦਾਰ ਸਿਰਫ ਇੱਕ ਦਿਨ ਦੇ ਵਿੱਚ ਹੀ 5 ਰੁਪਏ ਕਮਾ ਲੈਂਦਾ ਹੈ। ਜਿੰਨਾ ਇਸ ਬੰਦੇ ਨੇ, ਬਾਦਲ ਗਦਾਰ ਨੇ, ਜਿੰਨਾ ਕੌਮ ਦਾ ਨੁਕਸਾਨ ਕੀਤਾ ਹੈ। ਜੇ ਪੱਕਾ ਹੋਣ ਤੇ ਆਈ ਗੱਲ ਤਾਂ ਉਹਨੇ ਆਪਣੀ ਨੂੰ ਵੀ ਪੱਕੀ ਦੀ ਮੰਤਰੀ ਦੀ ਕੁਰਸੀ 'ਚ ਫੀਟਿੰਗ ਕਰਾਤੀ, ਉੱਥੇ ਭਾਵੇਂ ਪੈਰਾਂ ਹੱਥ ਲਾਏ ਮੋਦੀ ਦੇ, ਭਾਵੇਂ ਜੋ ਮਰਜ਼ੀ ਕੀਤਾ। ਇਹ ਜਿਹਾ ਸਾਡਾ ਲੌਂਗੋਵਾਲ ਹੈ ਪ੍ਰਧਾਨ ਜਿਹੜਾ ਨਾਲ ਚੜਿਆ ਫਿਰਦਾ ਟਰੱਕ 'ਚ। ਬੋਰੀਆਂ ਤਾਂ ਹੀ ਭਰਨੀਆਂ ਜੇ ਕਿਸਾਨਾਂ ਦੇ ਹੱਕ 'ਚ ਖੜਾਂਗੇ। ਤੇ ਉੱਥੇ ਜਾ ਕੇ ਬਿੱਲ ਪਾਸ ਕਰਾਇਆ ਏ, ਇੱਥੇ ਆ ਕੇ ਵਿਰੋਧ 'ਚ ਖੜ ਗਏ। ਬਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ। ਮੈਂ ਤੇ ਹੈਰਾਨ ਹੋਇਆ, ਇੱਕ ਪੋਸਟ ਵੇਖੀ, ਉਹ ਬੀਬੀ ਮੱਥਾ ਟੇਕੇ ਐਵੇਂ, ਮੈਂ ਥੱਲੇ ਕਮੈਂਟ ਲਿਖਿਆ ਕਿਹੜਾ ਨਗਰ ਕੀਰਤਨ ਨਹੀਂ ਆ ਰਿਹਾ ਕਿ ਜਿਹੜੇ ਸਰਕਾਰ ਦੀ ਨੀਤੀ ਹੈ ਇਹ ਤੇ ਆਉਣ ਵਾਲੇ ਸਮੇਂ 'ਚ ਸਾਨੂੰ ਤੇ ਫਿਰ ਇਹ ਹੱਥ ਵਿੱਚ ਠੁੱਠੇ ਹੀ ਫੜਾ ਦੇਣਗੇ। ਸਤਿ ਸ਼੍ਰੀ ਅਕਾਲ, ਮੈਂ ਮਨਦੀਪ ਸਿੰਘ, ਸਵਾਗਤ ਹੈ MPR 24 ਪੰਜਾਬੀ ਤੇ ਜਿਵੇਂ ਅਸੀਂ ਜਾਣਦੇ ਹਾਂ, ਖੇਤੀ ਬਿੱਲ ਜਿਹੜੇ ਹੁਣ ਪਾਸ ਹੋ ਕੇ ਕਾਨੂੰਨ ਦਾ ਰੂਪ ਲੈ ਚੁੱਕੇ ਨੇ ਤੇ ਵੱਖ-ਵੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਆਪਣੇ ਰੋਸ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਅਲੱਗ-ਅਲੱਗ ਥਾਵਾਂ ਤੇ ਧਰਨੇ ਦੇ ਰਹੀਆਂ ਨੇ। ਤੇ ਹੁਣ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਪਹਿਲਾਂ ਤਾਂ ਗਾਇਕ ਸਾਹਮਣੇ ਆਏ ਤੇ ਹੁਣ ਧਾਰਮਿਕ ਜਿਹੜੀ ਜਥੇਬੰਦੀਆਂ ਉਹ ਵੀ ਸਾਹਮਣੇ ਆ ਰਹੀਆਂ ਨੇ, ਕਿਸਾਨਾਂ ਦਾ ਸਾਥ ਦੇ ਰਹੀਆਂ ਨੇ। ਤੇ ਪਟਿਆਲੇ ਦੇ ਢੀਂਡਸਾ ਪਿੰਡ ਤੋਂ ਬਾਬਾ ਭਗਵੰਤ ਸਿੰਘ ਜੀ ਜੋ ਕਿ ਪੁਰਜੋਰ ਸਾਥ ਦੇ ਰਹੇ ਨੇ ਕਿਸਾਨਾਂ ਦਾ, 25 ਤਰੀਕ ਨੂੰ ਉਹ ਸ਼ੰਭੂ ਬਾਰਡਰ ਤੇ ਪਹੁੰਚ ਕੇ ਉਹਨਾਂ ਨੇ ਭਰਪੂਰ ਸਾਥ ਦਿੱਤਾ। ਭਰਪੂਰ ਜ਼ੋਰਦਾਰ ਤਰੀਕੇ ਨਾਲ ਸਰਕਾਰਾਂ ਦਾ ਪੱਖ ਜੋ ਪੂਰਦੇ ਸੀ ਉਹਨਾਂ ਦੇ ਵਿਰੁੱਧ ਵੀ ਉਹ ਪੂਰਾ ਪੁਰਜੋਰ ਬੋਲੇ। ਉਹਨਾਂ ਨੇ ਪੂਰਾ ਰੱਜ ਕੇ ਕਿਸਾਨਾਂ ਦਾ ਸਾਥ ਦਿੱਤਾ। ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਅਸੀਂ ਢੀਂਡਸਾ ਪਿੰਡ ਪਹੁੰਚੇ ਹਾਂ ਤੇ ਕੁਝ ਗੱਲਬਾਤ ਉਹਨਾਂ ਨਾਲ ਕਰਦੇ ਹਾਂ, ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਅੱਗੇ ਦਾ ਵਿਚਾਰ ਕੀ ਹੈ ਉਹਨਾਂ ਦਾ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਜਿਹੜਾ ਇਹ ਕਿਸਾਨਾਂ ਦਾ ਧਰਨਾ ਚੱਲ ਰਿਹਾ, ਤੁਹਾਨੂੰ ਕੀ ਲੱਗਦਾ ਵੀ ਕਿੰਨਾ ਚਿਰ ਚੱਲੂਗਾ ਤੇ ਕਿੰਨੀ ਦੇਰ ਬਾਅਦ ਸਰਕਾਰ ਆਪਣਾ ਪਿੱਛੇ ਪੈਰ ਖਿੱਚ ਸਕਦੀ ਹੈ? ਦੇਖੋ, ਸਰਕਾਰਾਂ ਨੇ ਸ਼ੁਰੂ ਤੋਂ ਹੀ ਜਿੱਦਣ ਦੀ ਭਾਜਪਾ ਸਰਕਾਰ ਆਈ ਹੈ, ਇੱਕ ਕਿਸਾਨ ਨੂੰ, ਹਰ ਇੱਕ ਵਪਾਰੀ ਨੂੰ, ਜਿਹੜਾ ਦੁਕਾਨਦਾਰ ਹੈ ਕੋਈ ਵੀ ਹੈ, ਸ਼ੁਰੂ ਤੋਂ ਜਿੱਦਣ ਦੀ ਇਹਨਾਂ ਦੀ ਇਹ ਸੰਭਾਲਿਆ ਸਾਰਾ ਇਹ ਖਤਮ ਕਰਨ ਦੇ ਤੋਰੀ ਹੋਈ ਹੈ। ਪਿਛਲੇ ਮੁੱਦੇ ਆਪਾਂ ਚੱਕੀਏ, ਜੇ ਜਿਵੇਂ ਨੋਟਬੰਦੀ ਦਾ ਸਮਾਂ ਚੱਲਿਆ, ਉਸ ਵੇਲੇ ਨੁਕਸਾਨ ਕਿਹਨਾਂ ਦਾ ਹੋਇਆ? ਗਰੀਬ ਬੰਦੇ ਦਾ। ਵੱਡੇ ਲੋਕਾਂ ਦਾ ਕੋਈ ਨੁਕਸਾਨ ਹੀ ਨਹੀਂ ਹੋਇਆ। ਜਿਹੜੇ ਬੰਦੇ ਨੇ ਰੋਜ਼ ਦਿਹਾੜੀ ਕਰਕੇ ਲੈ ਕੇ ਆਣੀ ਆ, ਖਾਣੀ ਹੈ, ਤੇ ਉਸ ਵੇਲੇ ਨੁਕਸਾਨ ਹੋਇਆ। ਦੂਜੇ ਨੰਬਰ ਤੇ ਜਿਹੜਾ ਇਹ ਬਿੱਲ ਪਾਸ ਕੀਤਾ ਹੈ, ਦੇਖੋ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਹੋਏ ਨੇ। ਕਹਿੰਦੇ ਵੱਡਿਆਂ ਦੇ ਨਾਲ ਜੇ ਸੰਗ ਕੀਤਾ ਹੋਵੇ ਨਾ, ਵੱਡਿਆਂ ਦੀ ਗੱਲ ਕਹਿੰਦੇ ਸਿਆਣੇ ਦੀ ਕਹੀ ਔਲੇ ਦੀ ਖਾਧੀ ਜੀ ਬਾਅਦ 'ਚ ਪਤਾ ਲੱਗਦਾ ਹੈ। ਬਾਬਾ ਜਰਨੈਲ ਸਿੰਘ ਜੀ ਨੇ ਜਦੋਂ ਅਨੰਦਪੁਰ ਸਾਹਿਬ ਦੇ ਮਤੇ ਆਪਾਂ ਸਾਰੇ ਜਾਣਦੇ ਹਾਂ, ਹਰ ਇੱਕ ਸਿੱਖ ਨੂੰ ਪਤਾ ਵੀ ਉਹਨਾਂ ਦੇ ਮਤਿਆਂ 'ਚ ਕੀ ਰੋਲ ਸੀ, ਉਹਨਾਂ ਨੇ ਕਿਉਂ ਮਤੇ ਲਿਖੇ, ਇਹ ਉਹਨਾਂ ਨੂੰ ਪਤਾ ਸੀ ਇਹਨਾਂ ਸਰਕਾਰਾਂ ਦਾ ਕੰਮ ਕੀ ਹੈ। 5ਵੇਂ ਨੰਬਰ ਤੇ ਮਤਾ ਲਿਖਿਆ ਸੀ ਮਹਾਂਪੁਰਸ਼ਾਂ ਨੇ ਵੀ ਜਿਹੜਾ ਕਿਸਾਨ ਖੇਤੀ ਕਰਦਾ ਹੈ, ਹੁਣ ਵੇਖੋ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਆਪਣੀ ਮਿਹਨਤ ਦਾ ਹੱਕ ਮਿਲਣਾ ਚਾਹੀਦਾ ਹੈ। ਜਿਹਨੇ ਮਿਹਨਤ ਨਹੀਂ ਕੀਤੀ, ਗੁਰਮੁਖ ਪਿਆਰਿਓ, ਉਹ ਸਭ ਤੋਂ ਵੱਧ ਕਮਾ ਰਿਹਾ। ਜਿਹਨੇ 6 ਮਹੀਨੇ ਡੌਲਾਂ ਤੇ ਭੱਜਿਆ ਫਿਰਿਆ, ਨੱਕੇ ਲਾਏ, ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖੇ, ਬੱਚੇ ਛੱਡੇ, ਕਰਜ਼ੇ ਤੇ ਆੜਤੀਆਂ ਤੋਂ ਲੈ ਕੇ, ਦਵਾਈਆਂ ਵਾਲਿਆਂ ਤੋਂ ਆੜਤੀਆਂ ਤੋਂ, ਦਵਾਈਆਂ ਵਾਲਿਆਂ ਤੋਂ ਦਵਾਈਆਂ ਲੈ ਕੇ, ਸਪਰੇਆਂ ਉਹ ਵੀ ਧਾਰ ਕੀਤੀਆਂ, ਤੇ ਉਹਨੂੰ ਬਚੇ ਕੁਛ ਨਾ, ਫਿਰ ਤੇ ਖੁਦਕੁਸ਼ੀਆਂ ਆਪੇ ਹੋਣੀਆਂ ਨੇ। ਬਾਕੀ ਜਿਹੜੇ ਸਰਕਾਰ ਦੀ ਨੀਤੀ ਹੈ ਇਹ ਤੇ ਆਉਣ ਵਾਲੇ ਸਮੇਂ 'ਚ ਸਾਨੂੰ ਤੇ ਫਿਰ ਇਹ ਹੱਥ ਵਿੱਚ ਠੁੱਠੇ ਹੀ ਫੜਾ ਦੇਣਗੇ, ਜਿਹੜੇ ਹਿਸਾਬ ਨਾਲ ਇਹ ਬਿੱਲ ਪਾਸ ਕਰ ਰਹੇ ਨੇ। ਕਿਤੇ ਐਦਾਂ ਨਹੀਂ ਲੱਗਦਾ ਜਿਵੇਂ ਆਪਾਂ ਦੇਖਦੇ ਹਾਂ ਕਿਸਾਨ ਜਿਹੜੀ ਚੀਜ਼ ਫਸਲ ਉਗਾਉਂਦਾ ਹੈ, ਜਿਵੇਂ ਆਲੂ ਉਗਾਉਂਦਾ ਹੈ, ਤੇ ਉਹ 5 ਰੁਪਏ ਅੱਗੇ ਜਾ ਕੇ ਵੇਚਦਾ ਹੈ ਮੰਡੀ ਦੇ ਵਿੱਚ, ਤੇ ਜਿਹੜਾ ਅੱਗੇ ਮੰਡੀ ਤੋਂ ਦੁਕਾਨਦਾਰ ਤੋਂ ਘਰਾਂ ਤੱਕ ਪਹੁੰਚਦੇ ਆਲੂ 10 ਰੁਪਏ ਤੇ ਪਹੁੰਚਦੇ ਨੇ। ਕਿਸਾਨ ਪਹਿਲਾਂ 6 ਮਹੀਨੇ ਤਾਂ ਉਹਨੂੰ ਆਪਣੀ ਫਸਲ ਨੂੰ ਬੀਜਦਾ, 6 ਮਹੀਨੇ ਲਾ ਕੇ ਆਪਣੀ ਹੱਡ ਭੰਨਵੀਂ ਮਿਹਨਤ ਕਰਦਾ ਹੈ, ਉਹ ਸਿਰਫ 5 ਰੁਪਏ ਕਮਾਉਂਦਾ ਹੈ ਤੇ ਇੱਕ ਦੁਕਾਨਦਾਰ ਸਿਰਫ ਇੱਕ ਦਿਨ ਦੇ ਵਿੱਚ ਹੀ 5 ਰੁਪਏ ਕਮਾ ਲੈਂਦਾ ਹੈ। ਤੇ ਹੁਣ ਮੋਦੀ ਸਰਕਾਰ ਇਹ ਕਹਿਣਾ ਚਾਹੁੰਦੀ ਹੈ ਵੀ ਜਿਹੜਾ ਵਿਚਲਾ ਵਿਚੋਲੀਆ ਹੈ ਉਹਨੂੰ ਖਤਮ ਕਰਕੇ ਜਿਹੜਾ ਪੂਰਾ ਡਾਇਰੈਕਟਲੀ ਜਿਹੜਾ ਪੂਰਾ ਫਾਇਦਾ ਕਿਸਾਨ ਨੂੰ ਪਹੁੰਚਾਇਆ ਜਾਊਗਾ। ਤੁਹਾਨੂੰ ਕਿਵੇਂ ਲੱਗਦਾ, ਠੀਕ ਨਹੀਂ ਬਿੱਲ? ਨਹੀਂ, ਇਹ ਬਿੱਲ ਐਵੇਂ ਨਹੀਂ ਗੁਰਮੁਖ ਪਿਆਰੇ। ਜੇ ਤਾਂ ਅਸੀਂ ਵੱਡਿਆਂ ਦੀ ਸੋਚ ਤੇ ਪਹਿਰਾ ਦਈਏ, ਕਿਉਂਕਿ ਜਿਹੜਾ ਬੰਦਾ ਖੇਤੀ ਆਪ ਕਰ ਰਿਹਾ ਹੈ, ਭਾਵੇਂ ਉਹ ਆਲੂਆਂ ਦੀ ਆ, ਭਾਵੇਂ ਕਪਾਹ, ਨਰਮਾ, ਜੋ ਵੀ ਆਪਣੇ ਤੇ ਘੱਟ ਹੁੰਦਾ ਇੱਧਰ, ਤੇ ਕੋਈ ਵੀ ਆ, ਉਹ ਆਪ ਲਾਵੇ ਰੇਟ।
ਉਹ ਆਪ ਰੇਟ ਲਾਵੇ ਨਾ। ਇੱਕ ਯੂਨੀਅਨ ਬਣੀ ਹੁੰਦੀ ਹੈ, ਕਿਸਾਨ ਯੂਨੀਅਨ ਹੈ, ਉਹਨਾਂ ਦੇ ਵਿੱਚ ਵੱਡੇ ਲੀਡਰ ਹੁੰਦੇ, ਉਹਨਾਂ ਦੇ ਆਪਸੀ ਸਾਂਝ ਤੌਰ ਤੇ ਵੀ ਆਪਾਂ ਇਸ ਚੀਜ਼ ਦਾ ਇਹ ਰੇਟ ਲਾਣਾ ਹੈ, ਕਿਉਂਕਿ ਹੱਕਦਾਰ ਤੇ ਉਹ ਹੈ ਜਿਹੜਾ ਬੰਦਾ ਫਸਲ ਬੀਜ ਰਿਹਾ, ਜਿਹੜਾ ਬੰਦਾ ਉਗਾ ਰਿਹਾ ਉਹਨੂੰ ਹੱਕ ਹੈ। ਤੇ ਜੇ ਹੁਣ 5 ਰੁਪਏ ਦੀ ਲੈ ਕੇ ਅੱਗੇ 50 ਰੁਪਏ ਦੀ ਦੇ ਰਿਹਾ ਤੇ ਉਹ ਤਾਂ ਫਿਰ ਹੱਕ ਪਰਾਇਆ ਨਾਨਕਾ, ਪੜ੍ਹਦੇ ਆਪਾਂ ਸਾਰੇ ਬਚਨ। ਇਹ ਤਾਂ ਪਰਾਇਆ ਹੱਕ ਖਾਣ ਵਾਲੀ ਗੱਲ ਹੈ ਵੀ ਮਿਹਨਤ ਕੋਈ ਕਰ ਰਿਹਾ ਤੇ ਮੁਨਾਫਾ ਕਿਸੇ ਹੋਰ ਨੂੰ ਹੋ ਰਿਹਾ। ਤੇ ਉਹੀ ਤਾਂ ਉਹ ਮੋਦੀ ਕਹਿ ਰਿਹਾ ਵੀ ਜਿਹੜਾ ਵਿਚਲਾ ਵਿਚੋਲੀਆ ਹੁੰਦਾ ਆੜਤੀ ਹੈ, ਤੇ ਉਹਨੂੰ ਤੁਸੀਂ ਜਿਹੜਾ ਮੁਨਾਫਾ ਉਹ ਖਾਂਦਾ ਹੈ, ਉਹ ਮੁਨਾਫਾ ਕਿਸਾਨਾਂ ਨੂੰ ਦਿੱਤਾ ਜਾਵੇ, ਉਹ ਡਾਇਰੈਕਟਲੀ ਵੇਚੇ ਜਾ ਕੇ। ਤੇ ਕਿਤੇ ਲੱਗਦਾ ਨਹੀਂ ਵੀ ਠੀਕ ਕਹਿ ਰਿਹਾ ਹੈ। ਜਿਹੜਾ ਆੜਤੀ ਨਾਲ ਰਿਲੇਸ਼ਨ ਬਣਿਆ ਨਾ ਜ਼ਿਮੀਂਦਾਰ ਦਾ, ਹੁਣ ਹਰ ਬੰਦੇ ਕੋਲ ਪੈਲੀ ਹੈ, ਜਿਵੇਂ ਮਰਜ਼ੀ ਹੈ, ਉਹ ਪੈਸਾ ਕਿੱਥੋਂ ਲੈ ਕੇ ਆਏਗਾ? ਜਾਂ ਤਾਂ ਗੌਰਮੈਂਟ ਐਸੇ ਸਿਸਟਮ ਕਰੇ ਵੀ ਕੋਈ ਵਿਆਜ ਨਹੀਂ, ਕੁਛ ਨਹੀਂ, ਤੁਹਾਨੂੰ ਅਸੀਂ 5 ਲੱਖ ਰੁਪਇਆ ਦਿੰਦੇ ਹਾਂ ਇਸ ਚੀਜ਼ ਵਾਸਤੇ, 10 ਲੱਖ ਰੁਪਇਆ ਦਿੰਦੇ ਹਾਂ। ਜਦੋਂ ਬੀਜ ਲੈ ਕੇ ਆਣਾ ਆੜਤੀ ਨੇ, ਆੜਤੀ ਤੋਂ ਕਿਸਾਨ ਨੇ, ਉਹ ਤਾਂ ਆੜਤੀ ਕੋਲ ਜਾਏਗਾ, ਉਹਨੇ ਮਾਇਆ ਕਿੱਥੋਂ ਲੈ ਕੇ ਆਣੀ ਹੈ? ਗੱਲ ਤੇ ਹੈ ਨਾ, ਆੜਤੀ ਨਾਲ ਤੇ 9 ਮਾਸ ਵਾਲਾ ਰਿਸ਼ਤਾ ਹੈ ਇਹ। ਆਪਾਂ ਆੜਤੀ ਤੋਂ ਹਰ ਚੀਜ਼ ਦੀ ਲੋੜ ਹੈ, ਕਿਸੇ ਤਰੀਕੇ ਦੀ ਲੋੜ ਹੈ, ਉਹੀ ਵਿਆਜ ਤੇ ਮਾਇਆ ਜਿਵੇਂ ਵੀ ਹੈ ਚੱਲਦਾ ਆ ਰਿਹਾ ਸਿਸਟਮ, ਤੇ ਉਹਨਾਂ ਨੂੰ ਬੱਚਤ ਆ ਉਹਦੇ ਵਿੱਚ। ਤੇ ਤੁਸੀਂ ਮੈਂ ਕੱਲ ਦੇਖ ਰਿਹਾ ਸੀ, ਰੈਲੀਆਂ ਹੋ ਰਹੀਆਂ ਸੀ, ਜਿਹੜੀ ਅਕਾਲੀ ਦਲ ਦੀ ਰੈਲੀ ਹੋ ਰਹੀ ਸੀ, ਬਹੁਤ ਜ਼ਿਆਦਾ ਕਿਸਾਨ ਅਕਾਲੀ ਦਲ ਦੀ ਰੈਲੀ ਦੇ ਵਿੱਚ ਵੀ ਗਏ ਸੀ, ਜਿਹੜੇ ਨਾਅਰੇ ਲਗਾ ਰਹੇ ਸੀ ਬਾਦਲ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕ ਕੇ। ਉਹਨਾਂ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਉਹਨਾਂ ਸਾਥ ਦੇ ਰਹੇ ਨੇ, ਜਿਹੜੇ ਕੁਝ ਦੇਰ ਪਹਿਲਾਂ ਕਹਿ ਰਹੇ ਸੀ ਬਿੱਲ ਸਹੀ ਨੇ ਤੇ ਹੁਣ ਉਹ ਕਹਿ ਰਹੇ ਨੇ ਬਿੱਲ ਗਲਤ ਨੇ, ਤੇ ਫਿਰ ਵੀ ਕਿਸਾਨ ਉਹਨਾਂ ਦਾ ਸਾਥ ਦੇ ਰਹੇ ਨੇ? ਉਹਨਾਂ ਕਿਸਾਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਤੇ ਹੈਰਾਨ ਹੈ ਵੀ ਉਹ ਕਿਹੜੀ ਸੋਚ ਤੇ ਪਹਿਰਾ ਦੇਣਗੇ ਵੀ ਬਿੱਲ ਵਧੀਆ ਪਾਸ ਕਰਾਏ ਤੁਸੀਂ। ਦੇਖੋ ਕੁਰਸੀ ਪਿੱਛੇ ਮੈਂ ਤੇ ਬਾਦਲ ਨੂੰ ਹਮੇਸ਼ਾ ਹੀ ਵੇਖਿਆ ਸੀ, ਜਿੰਨਾ ਇਸ ਬੰਦੇ ਨੇ, ਬਾਦਲ ਗਦਾਰ ਨੇ, ਜਿੰਨਾ ਕੌਮ ਦਾ ਨੁਕਸਾਨ ਕੀਤਾ ਹੈ ਕਿਸੇ ਨੇ ਕੀਤਾ ਹੀ ਨਹੀਂ ਹੋਣਾ। ਬਰਗਾੜੀ ਕਾਂਡ ਲੈ ਲਓ, ਬਾਈਬਲ ਕਲਾਂ ਦਾ ਕਾਂਡ ਲੈ ਲਓ, ਗੁਰਮੁਖ ਪਿਆਰੇ, ਜਿੱਥੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਿੱਥੋਂ ਸ਼ੁਰੂ ਹੋਈਆਂ? ਬਾਦਲਾਂ ਦੇ ਰਾਜ 'ਚ ਸ਼ੁਰੂ ਹੋਈਆਂ। ਤੇ ਅੱਜ ਉਹ ਸਵੇਰ ਸੈਣੀ ਵਰਗੇ ਭੱਜੇ ਫਿਰਦੇ ਨੇ, ਉਹ ਕੌਣ ਲੁਕਾਉਣ ਵਾਲੇ ਨੇ? ਬਾਦਲਾਂ ਦਾ ਹੀ ਹੱਥ ਹੈ। ਇਹ ਤਾਂ ਸ਼ੁਰੂ ਤੋਂ ਸਿਆਸਤ ਹੈ ਵੀ ਬਾਦਲ ਤਾਂ ਉਹ ਹੈ ਵੀ ਉਹਦੇ ਵਰਗੀ ਸਿਆਸਤ ਨਹੀਂ ਕੋਈ ਖੇਡ ਸਕਦਾ। ਜੇ ਪੱਕਾ ਹੋਣ ਤੇ ਆਈ ਗੱਲ ਤਾਂ ਉਹਨੇ ਆਪਣੀ ਨੂੰ ਵੀ ਪੱਕੀ ਦੀ ਮੰਤਰੀ ਦੀ ਕੁਰਸੀ 'ਚ ਫੀਟਿੰਗ ਕਰਾਤੀ, ਉੱਥੇ ਭਾਵੇਂ ਪੈਰਾਂ ਹੱਥ ਲਾਏ ਮੋਦੀ ਦੇ, ਭਾਵੇਂ ਜੋ ਮਰਜ਼ੀ ਕੀਤਾ। ਹੁਣ ਉਹ ਸਿਆਸਤ ਖੇਡ ਗਿਆ ਵੀ ਅਕਾਲੀ ਦਲ ਦਾ ਸਿਸਟਮ ਪੰਜਾਬ 'ਚੋਂ ਖਤਮ ਹੁੰਦਾ ਜਾ ਰਿਹਾ, ਖਤਮ ਹੀ ਹੁੰਦਾ ਜਾ ਰਿਹਾ, ਪਟ ਗਿਆ ਅਕਾਲੀ ਦਲ ਤੇ ਰਹਿ ਕੀ ਗਿਆ? ਜੇ ਆਪਾਂ ਕਿਤੇ ਦੇਖੀਏ, ਜਿਹੜੀ ਬਿੱਲ ਪਾਸ ਹੁੰਦਾ ਹੈ, ਕਾਨੂੰਨ ਬਣਦਾ ਹੈ, ਜਿਹੜੇ ਸੰਸਦ ਦੇ ਵਿੱਚ ਬੈਠੇ ਨੇ ਤਕਰੀਬਨ 300 ਵੋਟਾਂ ਦੇ ਨਾਲ ਉਹ ਬਿੱਲ ਬਣ ਜਾਂਦਾ ਹੈ, ਕਾਨੂੰਨ ਬਣ ਜਾਂਦਾ ਹੈ। ਤੇ ਉਹ 300 ਬੰਦੇ ਜ਼ਿਆਦਾ ਸਿਆਣੇ ਹੋ ਗਏ ਨੇ ਪੂਰੇ ਦੇਸ਼ ਦੇ ਨਾਲੋਂ। ਪੂਰਾ ਦੇਸ਼ ਤਾਂ ਉਹਦੇ ਐਂਟੀ ਖੜਾ ਹੈ, ਤੇ ਉਹ 300 ਬੰਦੇ ਕਹਿ ਰਹੇ ਨੇ ਬਿੱਲ ਤੁਹਾਡੇ ਲਈ ਠੀਕ ਹੈ। 300 ਬੰਦਿਆਂ ਦੇ ਵਿੱਚ ਵੀ ਇਹੀ ਸਾਈਨ ਕਰਨ ਵਾਲੇ ਨੇ ਬਾਦਲ ਦਾ ਲਾਣਾ ਮੰਤਵ ਹੈ, ਤੇ ਉੱਥੇ ਹੀ ਨੇ MP ਤੇ ਹੈ ਨੇ ਉੱਥੇ ਦੇ, ਇਹਨਾਂ ਦੀ ਮੰਤਰੀ ਦੀ ਕੁਰਸੀ ਇਹਨਾਂ ਕੋਲ ਹੈ, ਸਭ ਕੁਝ ਹੈ। ਉੱਥੇ ਬਿੱਲ ਪਾਸ ਕਰਿਆ ਇੱਥੇ ਆ ਕੇ ਵਿਰੋਧ 'ਚ ਖੜ ਗਏ। ਇਹ ਤਾਂ ਉਹ ਗੱਲ ਹੋ ਗਈ ਵੀ ਇੱਥੇ ਅਸੀਂ ਹੁਣ ਜਿਹੜੀਆਂ ਆ ਝੰਡੀਆਂ ਦੇਖੋ ਕਿਹੜੀਆਂ ਕਿਸਾਨ ਯੂਨੀਅਨ ਚੱਕੀ ਫਿਰਦੇ ਆ, ਇਹ ਤਾਂ ਆਪਣਾ ਪ੍ਰਚਾਰ ਕਰ ਰਹੇ ਨੇ ਵੀ ਸਾਡਾ ਅੱਗੇ ਨੂੰ ਅਕਾਲੀ ਦਲ ਕਾਇਮ ਹੋ ਜੇ। ਆਪਣਾ ਅਕਾਲੀ ਦਲ ਦਾ ਪ੍ਰਚਾਰ ਕਰਦੇ ਫਿਰਦੇ ਆ, ਰੈਲੀਆਂ ਜਿਹੜੀਆਂ ਕੱਢੀਆਂ ਜਾ ਰਹੀਆਂ ਨੇ ਇਹ, ਉਹਦੇ ਦਾ ਬੰਦੋਬਸਤ ਕਿਸਾਨ ਯੂਨੀਅਨ ਦਾ ਦਿਖਾਓ ਕੀ ਹੈ? ਆਪਣੀ ਵੋਟਾਂ ਦਾ ਬੰਦੋਬਸਤ ਕਰ, ਵੋਟਾਂ ਪਿੱਛੇ ਹੀ ਫਿਰ ਰਿਹਾ ਲਾਣਾ। ਇਹ ਜਿਹਾ ਸਾਡਾ ਲੌਂਗੋਵਾਲ ਹੈ ਪ੍ਰਧਾਨ ਜਿਹੜਾ ਨਾਲ ਚੜਿਆ ਫਿਰਦਾ ਟਰੱਕ 'ਚ, ਇਹ ਜੀ ਬੀਬੀ ਜੰਗੀਰ ਕੌਰ ਆ ਜਿਹੜੀ ਨਾਲ ਚੜੀ ਫਿਰਦੀ ਹੈ ਨਾਲ। ਇਸ ਚੀਜ਼ ਦੇ ਹੱਕ ਉਹ ਹੁੰਦਾ ਹੈ ਜਿੱਥੇ ਪੂਰੀ ਯੂਨੀਅਨ ਦੇ ਵਿੱਚ ਜਾ ਕੇ ਆਪਾਂ ਗੱਲ ਕਰੀਏ। ਇਹ ਥੋੜੀ ਵੀ ਆਪਣਾ ਸਿਸਟਮ ਬਣਾ ਕੇ ਇੱਥੇ ਅਕਾਲੀ ਦਲ ਨੇ ਆਪਣਾ ਅਲੱਗ ਬਣਾ ਲਿਆ ਜੀ ਅਸੀਂ ਕਿਸਾਨਾਂ ਦੇ ਹੱਕ 'ਚ ਹੈ। ਅਸੀਂ ਕਿਤੇ ਵੀ ਦੇਖਿਆ ਵੀ ਜਿਹੜੇ ਧਾਰਮਿਕ ਜਥੇਬੰਦੀਆਂ ਨੇ, ਜਦੋਂ ਕਿਸਾਨਾਂ ਦਾ ਵਿਰੋਧ ਰੋਜ਼ ਜ਼ਿਆਦਾ ਸਿਰੇ ਤੇ ਪਹੁੰਚ ਗਿਆ, ਉਦੋਂ ਕਿਤੇ ਜਿਹੜੀਆਂ ਧਾਰਮਿਕ ਜਥੇਬੰਦੀਆਂ ਬਾਹਰ ਆਈਆਂ ਨੇ। ਪਹਿਲਾਂ ਸ਼ੁਰੂ ਤੋਂ ਹੀ ਜਥੇਬੰਦੀਆਂ ਕਿਉਂ ਨਹੀਂ ਬਾਹਰ ਨਿਕਲੀਆਂ? ਤੁਸੀਂ ਵੀ ਇੱਕ ਧਾਰਮਿਕ ਜਥੇਬੰਦੀ ਨਾਲ ਹੀ ਸੰਬੰਧ ਰੱਖਦੇ ਹੋ, ਤੇ ਤੁਸੀਂ ਵੀ ਮੇਰੇ ਖਿਆਲ ਨਾਲ ਥੋੜਾ ਬਾਅਦ 'ਚ ਹੀ ਬਾਹਰ ਨਿਕਲੇ ਹੋਗੇ। ਤੁਸੀਂ ਪਹਿਲਾਂ ਕਿਉਂ ਨਹੀਂ ਨਿਕਲੇ ਕਿਸਾਨਾਂ ਦੇ ਨਾਲ ਬਾਹਰ? ਨਹੀਂ, ਮੈਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਹੱਕ 'ਚ ਰਿਹਾ ਕਾਫੀ ਸਮੇਂ ਤੋਂ, ਤੇ ਮੇਰੀਆਂ ਕੁਝ ਪ੍ਰੋਬਲਮਾਂ ਸੀਗੀਆਂ। ਮੇਰੀ ਲੱਤ ਫ੍ਰੈਕਚਰ ਹੋਣ ਕਰਕੇ ਥੋੜਾ ਜਿਹਾ ਮੈਨੂੰ ਇਸ ਕਰਕੇ ਥੋੜੀ ਰੈਸਟ ਰੱਖਣੀ ਪਈ। ਪਰ ਜਦੋਂ ਸਾਨੂੰ ਪਤਾ ਲੱਗਿਆ ਵੀ ਪਹਿਲਾ ਧਰਨਾ ਉੱਥੇ ਲਾਇਆ ਜਾ ਰਿਹਾ ਆਪਣੇ, ਅਸੀਂ ਉਸੇ ਦਿਨ ਉੱਥੇ ਪਹੁੰਚੇ ਹਾਂ। ਤੇ ਹਰ ਇੱਕ ਮੈਂ ਤੇ ਆਪਣੇ ਸਾਰੇ ਮਹਾਂਪੁਰਸ਼ਾਂ ਨੂੰ ਗੱਲ ਕਰਦਾ ਵੀ ਜੇ ਅਸੀਂ ਲੋਕਾਂ ਦੇ ਘਰ 'ਚ ਬੋਰੀਆਂ ਗੇਰਨ ਜਾਂਦੇ ਆ ਨਾ, ਜਿਹੜਾ ਲਾਣਾ, ਚਲੋ ਅਸੀਂ ਤਾਂ ਕਦੇ ਜ਼ਿੰਦਗੀ 'ਚ ਗੇਰ ਹੀ ਨਹੀਂ ਆਪਣੇ ਪ੍ਰਤੀ ਕਿਸੇ ਦੇ ਘਰ ਬੋਰੀ, ਤੇ ਜਿਹੜੇ ਵੀ ਗੇਰਨ ਜਾਂਦੇ ਨੇ ਬੋਰੀਆਂ ਤਾਂ ਹੀ ਭਰਨਗੀਆਂ ਜੇ ਕਿਸਾਨਾਂ ਦੇ ਹੱਕ 'ਚ ਖੜਾਂਗੇ। ਤੇ ਫਿਰ ਇਹ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹਦੀ ਵੀ ਬੋਰੀਆਂ ਵੀ ਕਿਸਾਨਾਂ ਦੇ ਘਰਾਂ 'ਚੋਂ ਆਉਂਦੀਆਂ ਨੇ, ਉਹ ਕਿਉਂ ਨਹੀਂ ਬਾਹਰ ਨਿਕਲੀ ਅਜੇ ਤੱਕ ਸਾਹਮਣੇ ਆਈ? ਸ਼੍ਰੋਮਣੀ ਕਮੇਟੀ ਦਾ ਉਹਨਾਂ ਦਾ ਆਪਣਾ ਹੀ ਹਲੇ ਸਰੂਪਾਂ ਵਾਲਾ ਮਸਲਾ ਨਹੀਂ ਹੱਲ ਹੋਇਆ, ਉਹ ਕਿਸਾਨਾਂ ਨਾਲ ਕੀ ਖੜ ਜਾਣਗੇ? ਉਹ ਤਾਂ ਇੱਕ ਐ ਵੀ ਸੰਗਤ ਦਾ ਹੁਣ ਜਿਹੜੇ ਬਜਟ ਆਪਾਂ ਦੇਖਿਆ ਕਿਹੜੇ ਤਰੀਕੇ ਨਾਲ ਪਾਸ ਹੋਏ ਨੇ, ਸਾਰਾ ਸਿਸਟਮ ਹੈ, ਉਹ ਤੇ ਸਰੂਪਾਂ ਦਾ ਹਿਸਾਬ ਨਹੀਂ ਦੇ ਸਕਦੇ, ਕਿਸਾਨਾਂ ਨਾਲ ਕੀ ਖੜਨਗੇ? ਉਹ ਤਾਂ ਇੱਕ ਲੌਂਗੋਵਾਲ ਬਿਆਨ ਦੇ ਗਿਆ ਅਸੀਂ ਨਾਲ ਆ ਜੀ ਤੁਹਾਡੇ। ਉਹ ਗੱਲ ਦਾ ਆਨੰਦ ਤਾਂ ਉਦੋਂ ਬਣਦਾ ਜਦੋਂ ਨਾਲ ਬੈਠੇ ਹੋਣ ਸਾਰੇ।
ਜਿਵੇਂ ਇੱਕ ਮੈਂ ਛੋਟੀ ਜੀ ਮੈਂ ਇੱਕ ਕਹਾਣੀ ਸੁਣਾ ਦੇਣਾ ਚਾਹੂੰਗਾ, ਕਿਉਂਕਿ ਨਾਲ ਦੀ ਗੱਲ ਕਰ ਰਹੇ ਨੇ ਬਾਬਾ ਜੀ। ਤੇ ਨਾਲ ਦੀ ਗੱਲ ਇਹ ਹੈ, ਇੱਕ ਕੋਈ ਸਿੰਘ ਦੋ ਬੈਠੇ ਸੀਗੇ ਤੇ ਲਾਂਗਰੀ ਸਿੰਘ ਦੂਜੇ ਬੰਦੇ ਨੂੰ ਨਾਲ ਛੱਡ ਗਿਆ, ਪ੍ਰਸ਼ਾਦਾ ਦੇ ਕੇ ਨਹੀਂ ਗਿਆ ਤੇ ਸਿੰਘ ਨੂੰ ਦੇ ਗਿਆ। ਨਾਲ ਹਿੰਦੂ ਵੀਰ ਬੈਠਾ ਸੀ ਤੇ ਉਹ ਜਿਹੜਾ ਸਿੰਘ ਸੀਗਾ ਉਹ ਕਹਿੰਦਾ ਵੀ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਬਹੁਤ ਜ਼ਿਆਦਤੀ ਹੋਈ ਹੈ, ਤੁਹਾਡੇ ਨਾਲ ਆ, ਪਰ ਤੁਹਾਡੇ ਨਾਲ ਜ਼ਿਆਦਤੀ ਹੋਣ ਦੇ ਬਾਵਜੂਦ ਉਹਨੂੰ ਪ੍ਰਸ਼ਾਦਾ ਨਹੀਂ ਦਿੱਤਾ। 3 ਵਾਰੀ ਏਦਾਂ ਹੋਇਆ, ਚੌਥਾ ਵਾਰੀ ਇੱਕ ਹੋਰ ਸਿੰਘ ਆਇਆ, ਉਹ ਕਹਿੰਦਾ ਮੈਂ ਤੁਹਾਡੇ ਨਾਲ ਆ ਤੇ ਤੁਸੀਂ ਚੁੱਕੋ, ਅੱਧਾ ਪ੍ਰਸ਼ਾਦਾ ਤੁਸੀਂ ਛਕੋ, ਅੱਧਾ ਪ੍ਰਸ਼ਾਦਾ ਮੈਂ ਛਕੂੰਗਾ। ਇਹ ਨਾਲ ਜਿਹੜਾ ਨਾਲ ਕਰਦੇ ਨੇ, ਪਰ ਨਾਲ ਹੋਣ ਦੇ ਬਾਵਜੂਦ ਬਿਲਕੁਲ ਸਹਾਇਤਾ ਬਿਲਕੁਲ ਨਹੀਂ ਕਰਦੇ ਹੈਗੇ। ਤੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਸਹਾਇਤਾ ਨਹੀਂ ਕਰਦੇ, ਸਿਰਫ ਨਾਲ ਹੋਣ ਦਾ ਹੋਕਾ ਹੀ ਦਿੰਦੇ ਨੇ? ਉਹ ਗਲਤ ਹੈ। ਜਾਂ ਤਾਂ ਨਾਲ ਹੋ ਜਾਓ ਜਾਂ ਪਿੱਛੇ ਹਟ ਜਾਓ। ਇਹ ਹੈ ਵੀ ਇੱਕ ਪੋਲੀਟਿਕਸ ਲਾ ਲਓ ਇਹਨੂੰ, ਵੀ ਅਸੀਂ ਉੱਧਰ ਵੀ ਬੁਰੇ ਨਾ ਪਈਏ ਤੇ ਇੱਧਰ ਵੀ ਬੁਰੇ ਨਾ ਪਈਏ, ਜਿਹੜਾ ਅੱਜ ਬਾਦਲ ਕੰਮ ਕਰ ਰਹੇ ਨੇ। ਹੁਣ ਦੇਖੋ ਭਾਜਪਾ ਸਰਕਾਰ ਦਾ ਵਿਰੋਧ ਤੇ ਹੁਣ ਲੱਗੇ ਨੇ ਇਹ ਕਰਨ, ਕਿਉਂਕਿ ਇਹਨਾਂ ਨੂੰ ਮੌਕਾ ਮਿਲ ਗਿਆ ਵੀ ਹੁਣ ਕਿਸਾਨਾਂ ਦੇ ਹੱਕ 'ਚ ਉੱਥੇ ਜਾ ਕੇ ਬਿੱਲ ਪਾਸ ਕਰਾਇਆ ਏ, ਇੱਥੇ ਆ ਕੇ ਵਿਰੋਧ 'ਚ ਖੜ ਗਏ। ਬਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ, ਪਰ ਇਹਨਾਂ ਦਾ ਬਸ਼ਰਮੀ ਵਾਲਾ ਲਾਣਾ ਹੀ ਖਤਮ ਕੀਤਾ ਪਿਆ ਸਾਰਾ ਹੀ। ਤੇ ਹਮੇਸ਼ਾ ਹੀ ਜਦੋਂ ਬਾਬਾ ਜਰਨੈਲ ਸਿੰਘ ਜੀ ਦੀ ਗੱਲ ਚੱਲਦੀ ਹੈ, ਉਸ ਵੇਲੇ ਕਿਹੜਾ ਨਹੀਂ ਸੀ ਇੱਥੇ ਜਕਾਰੇ ਲਾਣੇ, ਖਾਲਿਸਤਾਨ ਜਿੰਦਾਬਾਦ ਬੋਲੇ ਸੋ ਨਿਹਾਲ, ਉੱਥੇ ਜਾ ਕੇ ਇੰਦਰਾਂ ਦੇ ਪੈਰਾਂ 'ਚ ਬੈਠੇ ਰਹਿਣਾ। ਬਾਬਾ ਜੀ ਇੱਕ ਗੱਲ ਇਹ ਹੈ ਵੀ ਜਿਵੇਂ ਹੁਣ ਸਰਕਾਰਾਂ ਵੀ ਅੱਗੇ ਵੱਧਦੀਆਂ ਜਾ ਰਹੀਆਂ ਨੇ, ਉਹ ਤਾਂ ਉਹਨਾਂ ਨੇ ਕਾਨੂੰਨ ਬਣਾ ਹੀ ਦਿੱਤਾ। ਪਹਿਲਾਂ ਆਰਡੀਨੈਂਸ ਲੈ ਕੇ ਆਏ, ਫਿਰ ਉਹ ਬਿੱਲ ਲੈ ਕੇ ਆਏ, ਫਿਰ ਉਹਨਾਂ ਨੇ ਕਾਨੂੰਨ ਬਣਾਤਾ। ਤੇ ਐਦਾਂ ਹੀ ਕਿਸਾਨ ਵੀ ਅੱਗੇ ਵੱਧ ਰਹੇ ਨੇ। ਪਹਿਲਾਂ ਉਹ ਛੋਟੇ ਮੋਟੇ ਧਰਨੇ ਲੱਗਦੇ ਸੀਗੇ, ਹੁਣ ਉਹਨਾਂ ਨੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਸ਼ੁਰੂ ਕਰਤਾ। ਤੇ ਜੰਗ ਉਹੀ ਜਿੱਤਦਾ ਜਿਹੜਾ ਲਾਸਟ ਦਮ ਤੱਕ ਲੜਦਾ ਹੈ। ਤੇ ਹੁਣ ਮੈਂ ਇਹ ਪੁੱਛਣਾ ਚਾਹੂੰਗਾ ਵੀ ਜਿਹੜੇ ਕਿਸਾਨ ਨੇ ਉਹ ਲਾਸਟ ਦਮ ਤੱਕ ਲੜਨਗੇ, ਕਿਉਂਕਿ ਉਹਨਾਂ ਨੇ ਕਾਨੂੰਨ ਬਣਾਤਾ ਤੇ ਕਾਨੂੰਨ ਨੂੰ ਲਾਗੂ ਕਰਵਾਉਣ ਦੇ ਲਈ ਉਹਨਾਂ ਕੋਲ ਫੋਰਸ ਵੀ ਹੈ। ਕਿਉਂਕਿ ਅਸੀਂ ਪਿਛਲਾ ਜੇ ਰਿਕਾਰਡ ਦੇਖਦੇ ਹਾਂ, ਜਿਵੇਂ ਬਰਗਾੜੀ ਦਾ ਮੋਰਚਾ ਲੱਗਿਆ ਜਾਂ NRC ਦੇ ਵਿਰੁੱਧ ਅਸੀਂ ਗਏ ਤੇ CI ਦੇ ਵਿਰੁੱਧ ਗਏ ਤੇ ਉਹ ਮੋਰਚੇ ਅਸੀਂ ਭੁੱਲ ਗਏ। ਹੁਣ ਕਾਨੂੰਨ ਲਾਗੂ ਵੀ ਹੋ ਚੁੱਕਾ ਪੂਰੇ ਦੇਸ਼ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਭੁੱਲ ਚੁੱਕੇ ਹਾਂ ਹੁਣ। ਤੇ ਹੁਣ ਜਿਹੜਾ ਇਹ ਮੋਰਚਾ ਹੈ, ਕਿ ਇਹਦੇ ਨਾਲ ਵੀ ਇੱਦਾਂ ਹੀ ਹੋਊਗਾ ਕਿ ਹੁਣ ਕਾਨੂੰਨ ਬਣ ਚੁੱਕਿਆ ਤੇ ਕੁਝ ਦੇਰ ਬਾਅਦ ਕੋਈ ਹੋਰ ਢਾਂਚਾ ਨਵਾਂ ਖੜਾ ਕਰ ਦੂ ਸਰਕਾਰ ਤੇ ਇਹਨੂੰ ਵੀ ਲੋਕ ਭੁੱਲ ਜਾਣਗੇ? ਵੇਖੋ, ਪਹਿਲੀ ਗੱਲ ਤੇ ਇਹ ਹੈ ਵੀ ਜਿੰਨਾ ਚਿਰ ਏਕਾ ਨਹੀਂ ਹੁੰਦਾ, ਹੁਣ ਜਿਹੜੇ ਅੱਜ ਆਪਣੇ ਸਾਰੇ ਆਪਾਂ ਧਰਨੇ ਦੇਣ ਵਾਲੇ ਆ, ਇਹੀ ਬਾਜਵਾ ਦੇ ਹੱਕ 'ਚ ਖੜਨ ਵਾਲੇ ਸੀ ਉਸ ਵੇਲੇ ਵੀ ਅਸੀਂ ਮੋਦੀ ਲੈ ਕੇ ਆਉਣਾ, ਪਰ ਮੋਦੀ ਲੈ ਕੇ ਆਉਣਾ, ਮੋਦੀ ਲੈ ਕੇ ਆਉਣਾ, ਇਹੀ ਸੀ ਨਾ। ਰੱਖਾ ਕਰਾਉਣ ਵਾਲੇ ਤਾਂ ਆਪਣੇ ਬੰਦੇ ਸੀ ਜਿਹੜੇ ਹੈ ਸੀ। ਅੱਜ ਪਤਾ ਸੀ, ਕਿਉਂਕਿ ਜਿੱਥੇ ਸਿੱਖੀ ਦੀ ਗੱਲ ਆ ਜਾਂਦੀ ਹੈ ਨਾ, ਆਪਣੇ ਪੰਜਾਬ ਨੂੰ ਤਾਂ ਵੈਸੇ ਦੇਖ ਕੇ ਜਰਦੀ ਨਹੀਂ ਉੱਪਰਲੀ ਸੈਂਟਰ ਸ਼ੁਰੂ ਤੋਂ ਨਹੀਂ, ਸਿੱਖਾਂ ਦਾ ਤਾਂ ਸ਼ੁਰੂ ਤੋਂ ਹੀ ਵਿਰੋਧ ਆ ਉਹਨਾਂ ਦੇ ਮਨ 'ਚ, ਕਿਉਂਕਿ RSS ਦਾ ਪਹਿਰਾ ਹੈ, RS ਦਾ ਸਿਸਟਮ ਹੈ ਸਾਰਾ ਜੋ ਵੀ ਹੈ। ਤੇ ਜਦੋਂ ਗੱਲ ਆ ਜਾਂਦੀ ਹੈ ਆਪਣੇ ਕਿਸਾਨੀ, ਜਿੰਨਾ ਚਿਰ ਕਿਸਾਨ ਇਕੱਠੇ ਹੋ ਕੇ ਇੱਕ ਜੁਟ ਨਹੀਂ ਕਰਦੇ, ਪਹਿਲਾਂ ਪਾਰਟੀਆਂ ਬਾਜ਼ੀਆਂ ਛੱਡੋ, ਉੱਥੇ ਕਾਂਗਰਸ ਦਾ ਧਰਨਾ ਹੈ, ਉੱਥੇ ਅਕਾਲੀ ਦਲ ਦਾ ਧਰਨਾ, ਉੱਥੇ ਆਪ ਦਾ ਧਰਨਾ, ਉਧਰ ਬੈਂਸ ਦਾ ਧਰਨਾ, ਇਹਦਾ ਆਪਣੀ ਧੜੇਬਾਜ਼ੀ ਬਣਾਈ ਬੈਠੇ ਆ। ਜਿੰਨਾ ਚਿਰ ਏਕਾ ਨਹੀਂ ਹੁੰਦਾ, ਏਕਾ ਹੋਏਗਾ, ਏਕੇ 'ਚ ਸਭ ਕੁਛ ਹੈ। ਹੁਣ ਕਲਾਕਾਰ ਮੂਹਰੇ ਆਏ ਨੇ, ਆਉਣਾ ਚਾਹੀਦਾ, ਵਧੀਆ ਗੱਲ ਹੈ। ਤੁਹਾਨੂੰ ਜੇ ਹੁਣ ਜੱਟਾਂ ਦੇ ਗਾਣੇ ਚੱਲਦਾ, ਫਲਾਣਾ ਚੱਲਦਾ, ਉਹ ਇੱਥੋਂ ਹੀ ਮਿਲਿਆ ਸਾਰਾ ਕੁਛ। ਜ਼ਮੀਨਾਂ ਦੇ ਗਾਣੇ ਚੱਲਦੇ ਆ, ਜੇ ਜ਼ਮੀਨਾਂ ਨਹੀਂ ਰਹੀਆਂ ਫਿਰ ਕੀ ਰਹਿਣਾ ਸਾਡੇ ਕੋਲ? ਆਉਣਾ ਚਾਹੀਦਾ, ਹਰ ਇੱਕ ਕਲਾਕਾਰ ਨੂੰ ਆਉਣਾ ਚਾਹੀਦਾ ਇਸ ਹੱਕ 'ਚ। ਪਰ ਇਹ ਨਾ ਵੀ ਉੱਥੇ ਧੜੇਬਾਜ਼ੀ ਨਾ ਬਣਾਓ, ਜਿਵੇਂ ਅੱਜ ਅਕਾਲੀ ਦਲ ਬਣਾਈ ਫਿਰਦਾ। ਮੈਂ ਤੇ ਹੈਰਾਨ ਹੋਇਆ, ਇੱਕ ਪੋਸਟ ਵੇਖੀ, ਉਹ ਬੀਬੀ ਮੱਥਾ ਟੇਕੇ ਐਵੇਂ, ਮੈਂ ਥੱਲੇ ਕਮੈਂਟ ਲਿਖਿਆ, ਕਿਹੜਾ ਨਗਰ ਕੀਰਤਨ ਨਹੀਂ ਆ ਰਿਹਾ? ਜਿਵੇਂ ਬਾਦਲ ਬੀਬੀ ਬਿਠਾ ਰੱਖੀ ਨਾਲ, ਹਰਸਿਮਰਤ ਕੌਰ ਉਹ ਮਾਈਆਂ ਮੱਥਾ ਟੇਕ ਰਹੀਆਂ, ਦੋ ਹੱਥ ਜੋੜੀ ਖੜੀਆਂ। ਤੇ ਗੁਰਮੁਖ ਪਿਆਰੇ, ਸਾਨੂੰ ਥੋੜੀ ਜਿਹੀ ਸੇਧ ਲੈਣੀ ਚਾਹੀਦੀ ਹੈ ਸਾਰਿਆਂ ਨੂੰ। ਬਾਬਾ ਜੀ, ਮੇਰਾ ਲਾਸਟ ਸਵਾਲ ਇਹ ਹੈ ਕਿ ਅਗਰ ਇਹ ਕਾਨੂੰਨ ਸਰਕਾਰ ਵਾਪਸ ਨਹੀਂ ਲੈਂਦੀ ਤਾਂ ਕਿਸਾਨ ਜਥੇਬੰਦੀਆਂ ਦਾ ਵੀ ਕੀ ਅਗਲਾ ਰਣਨੀਤੀ ਹੋ ਸਕਦੀ ਹੈ, ਤੇ ਤੁਸੀਂ ਵੀ ਕਿਸ ਹੱਦ ਤੱਕ ਜਾ ਸਕਦੇ ਹੋ ਵੀ ਇਹ ਬਿੱਲਾਂ ਨੂੰ ਵਾਪਸ ਕਰਵਾਉਣ ਦੇ ਲਈ, ਇਸ ਕਾਨੂੰਨ ਨੂੰ ਵਾਪਸ ਕਰਵਾਉਣ ਦੇ ਲਈ? ਦੇਖੋ, ਜੋ ਉਹਨਾਂ ਨੇ ਯੂਨੀਅਨ ਬਣਾਈ ਹੈ, ਵੱਡਿਆਂ ਨੇ ਬਣਾਈ ਹੈ ਸਾਰਾ ਸਿਸਟਮ, ਅਸੀਂ ਉਹ ਜੋ ਕਹਿਣਗੇ ਉਹਨਾਂ ਦੇ ਹੱਕ 'ਚ ਖੜਾਂਗੇ। ਬਾਕੀ ਵੱਡਿਆਂ ਦੀ ਸੋਚ ਤੇ ਅਸੀਂ ਪਹਿਰਾ ਦੇ ਰਹੇ ਹਾਂ, ਹਮੇਸ਼ਾ ਹੀ ਦਿੰਦੇ ਰਹਾਂਗੇ। ਮੈਂ ਤੇ ਹੈਰਾਨ ਹੁੰਦਾ ਵੀ ਤੁਸੀਂ ਬਾਬਾ ਜਰਨੈਲ ਸਿੰਘ ਜੀ ਨੂੰ ਉਦੋਂ ਸਾਥ ਦਿਆ ਹੁੰਦਾ ਤਾਂ ਅੱਜ ਇਹ ਨੌਬਤਾਂ ਖੜੀਆਂ ਨਹੀਂ ਸੀ ਹੋਣੀਆਂ। ਜਿਹੜਾ 5ਵੇਂ ਨੰਬਰ ਤੇ ਮਤਾ ਮਹਾਂਪੁਰਸ਼ਾਂ ਨੇ ਲਿਖਿਆ ਸੀ, ਜੇ ਉਹਨਾਂ ਦਾ ਸਾਥ ਦਿਆ ਹੁੰਦਾ, ਪਰ ਅਸੀਂ ਉੱਥੇ ਵੀ ਆਪਣੇ ਪਾੜ ਪਾ ਕੇ ਵਿੱਚ ਸ਼ਰਾਰਤੀ ਅੰਸਰ ਜੁੜ ਗਏ, ਤਾਂ ਅਸੀਂ ਜੇ ਪੂਰਨ ਤੌਰ ਤੇ ਉਹਨਾਂ ਦੇ ਨਾਲ ਖੜਦੇ ਤਾਂ ਮੈਂ ਨਹੀਂ ਕਹਿੰਦਾ ਵੀ ਅੱਜ ਆਹ ਦਿਨ ਸਾਨੂੰ ਦੇਖਣ ਦੀ ਲੋੜ ਪੈਣੀ ਸੀ। ਸੋ ਬਾਬਾ ਜੀ ਦਾ ਇਹ ਕਹਿਣਾ ਸੀ ਕਿ ਜੇ ਅਸੀਂ ਸੰਤਾਂ ਦਾ ਸਾਥ ਉਸ ਟਾਈਮ ਦਿੱਤਾ ਹੁੰਦਾ ਤਾਂ ਅੱਜ ਸਾਨੂੰ ਆਹ ਦਿਨ ਨਾ ਦੇਖਣੇ ਪੈਂਦੇ, ਸਾਨੂੰ ਅੱਜ ਸੜਕਾਂ ਤੇ ਨਾ ਰੁਲਣਾ ਪੈਂਦਾ। ਤੇ ਅਸੀਂ ਇਸ
ਮੁਕਾਮ ਦੇ ਉੱਪਰ ਤਾਂ ਹੀ ਪਹੁੰਚ ਸਕਦੇ ਹਾਂ, ਆਪਣੀ ਜੰਗ ਤਾਂ ਹੀ ਜਿੱਤ ਸਕਦੇ ਹਾਂ ਜੇ ਅਸੀਂ ਏਕਾ ਬਣਾ ਕੇ ਚੱਲਾਂਗੇ, ਇੱਕ ਹੋ ਕੇ ਚੱਲਾਂਗੇ। ਧੜੇਬਾਜ਼ੀਆਂ ਨਾਲ ਕਦੀ ਵੀ ਜੰਗ ਨਹੀਂ ਜਿੱਤੀ ਜਾਂਦੀ, ਅਲੱਗ-ਅਲੱਗ ਹੋ ਕੇ ਕਦੀ ਵੀ ਆਪਣੀ ਲੜਾਈ ਅਸੀਂ ਨਹੀਂ ਜਿੱਤ ਸਕਦੇ, ਸਾਨੂੰ ਇੱਕ ਹੋਣਾ ਪੈਣਾ ਹੈ। ਤੇ ਬਾਬਾ ਜੀ ਨੇ ਬਹੁਤ ਵਧੀਆ ਸਾਨੂੰ ਵਿਚਾਰ ਦਿੱਤੇ ਨੇ ਤੇ ਇਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਨੇ। ਜਥੇਬੰਦੀਆਂ ਜੋ ਵੀ ਫੈਸਲਾ ਸੁਣਾਉਣਗੀਆਂ, ਜੋ ਵੀ ਹੁਕਮ ਦੇਣਗੀਆਂ, ਉਹਨਾਂ ਦੇ ਨਾਲ ਇਹ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ। ਬਹੁਤ ਬਹੁਤ ਧੰਨਵਾਦ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।